ਵੀ ਪੰਜਾਬ ਦੀ ਧਰਤੀ ਨੂੰ ਸਾਡੀਆਂ ਜ਼ਮੀਨਾਂ ਨੂੰ ਕਿਸ ਤਰ੍ਹਾਂ ਕੰਟੈਮੀਨੇਟਡ ਕੀਤਾ ਜਾਂਦਾ, ਦੂਸ਼ਿਤ ਕੀਤਾ ਜਾਂਦਾ। ਉਹਨਾਂ 'ਚ ਕੈਮੀਕਲਸ ਦੀ ਵਰਤੋਂ ਸਾਨੂੰ ਕਰਨੀ ਸਿਖਾਈ। ਉੱਥੇ ਨਵੇਂ ਤਰ੍ਹਾਂ ਦੇ ਬੀਜ ਸਾਨੂੰ ਫਲਾਂ ਐਗਰੀਕਲਚਰ ਯੂਨੀਵਰਸਿਟੀ ਨੂੰ ਸਥਾਪਿਤ ਕਰਕੇ ਉੱਥੋਂ ਦੇ ਵਿਗਿਆਨੀਆਂ ਨੇ ਦਿੱਤੇ ਤੇ ਉਹਨੂੰ ਅਸੀਂ ਵਿਕਾਸ ਮੰਨਦੇ ਰਹੇ, ਪਰ ਉਹਦਾ ਸਿੱਟਾ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ। ਸਾਡੇ ਦਰਿਆ ਸੀ ਉਹਦੇ ਕੰਢਿਆਂ ਤੇ ਕਾਰਖਾਨੇ ਲਾ ਕੇ ਤੇ ਉਹਨਾਂ ਦਰਿਆਵਾਂ ਦੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਗਿਆ। ਸਤਲੁਜ ਦਰਿਆ 'ਚ ਕਿਸੇ ਟਾਈਮ ਬੁੱਢਾ ਦਰਿਆ ਆ ਕੇ ਪੈਂਦਾ ਸੀ, ਉਹ ਅੱਜ ਬੁੱਢਾ ਨਾਲਾ ਹੋ ਚੁੱਕਿਆ। ਉਸ ਵੇਲੇ ਉੱਥੇ ਜ਼ਮੀਨ ਅਕਵਾਇਰ ਕੀਤੀ ਗਈ ਤੇ ਥਰਮਲ ਬਣਾਇਆ ਗਿਆ। ਅੱਜ ਇਹਨਾਂ ਦੇ ਸਰਕਾਰਾਂ ਦੇ ਅਨੁਕੂਲ ਨਹੀਂ ਰਿਹਾ ਉਹ, ਤੇ ਅੱਜ ਉਸ ਥਰਮਲ ਨੂੰ ਤੋੜ ਕੇ ਉੱਥੇ ਹੁਣ ਕੋਈ ਨਵੇਂ ਵਿਕਾਸ ਜਾਂ ਮਨੋਰੰਜਨ ਦੇ ਸਾਧਨਾਂ ਦੇ ਜਿਹੜੇ ਤੁਸੀਂ ਕਹਿ ਲਿਓ ਵੀ ਉਹ ਸਾਰਾ ਏਰੀਆ ਡਿਵੈਲਪ ਕੀਤਾ ਜਾਊਗਾ, ਤੇ ਇਹਨੂੰ ਇਹ ਵਿਕਾਸ ਕਹਿੰਦੇ ਆ। ਸੋ ਅਗਲਾ ਵਿਕਾਸ ਜਿਹੜਾ ਹੋਣ ਜਾ ਰਿਹਾ ਉਹ ਸਾਡਾ ਲੁਧਿਆਣੇ ਆਪਣਾ ਮੱਤੇਵਾਲ ਜੰਗਲ ਆ ਜਿਹੜਾ, ਉਹਨੂੰ ਕੱਟ ਕੇ ਤੇ ਉੱਥੇ ਇੱਕ ਜਿਹੜਾ ਸਨਅਤੀ ਤੁਸੀਂ ਇਹ ਕਹਿ ਲਓ ਵੀ ਉਹ ਪੂਰਾ ਏਰੀਏ 'ਚ ਇੱਕ ਸਨਅਤ ਇੱਕ ਉਦਯੋਗ ਜਾਂ ਇੰਡਸਟਰੀਅਲ ਬੈਲਟ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਹ ਸਾਰਾ ਵਿਕਾਸ, ਉੱਥੇ ਦਰਖਤ ਵੱਢੇ ਜਾਣਗੇ, ਉੱਥੋਂ ਦੇ ਜਿਹੜੇ ਪੰਛੀ ਆ, ਉੱਥੇ ਹੋਰ ਜਿਹੜੀਆਂ ਕੋਈ ਛੋਟੇ ਮੋਟੇ ਜਾਨਵਰ ਵਸਦੇ ਆ, ਉਹਨਾਂ ਸਾਰਿਆਂ ਨੂੰ ਉਜਾੜਿਆ ਜਾਊਗਾ। ਇਹ ਜਿਹੜਾ ਇਕੋਲੋਜੀਕਲ ਲਿਟਰੇਸੀ ਆ, ਇਹ ਤਾਂ ਜ਼ੀਰੋ ਆ ਨਾ ਸਾਡੇ ਹੁਕਮਰਾਨਾਂ 'ਚ। ਗਲੋਬਲਾਈਜੇਸ਼ਨ ਆ, ਪਰ ਤੁਸੀਂ ਇਹ ਦੇਖ ਲਓ ਜਿਹੜੀ ਗਲੋਬਲਾਈਜੇਸ਼ਨ ਸਾਡੇ ਸਾਹਮਣੇ ਪ੍ਰੈਜ਼ੈਂਟ ਕੀਤੀ ਜਾਂਦੀ ਆ, ਉਹਦੀਆਂ ਜਿਹੜੀਆਂ ਜੜ੍ਹਾਂ, ਉਹਦੀ ਫਾਊਂਡੇਸ਼ਨ ਆ, ਉਹ ਕਿਸੇ ਨਾ ਕਿਸੇ ਉਜਾੜ 'ਚ, ਕਿਸੇ ਨਾ ਕਿਸੇ ਜ਼ੁਲਮ 'ਚ ਜਾਂ ਕਿਸੇ ਨਾ ਕਿਸੇ ਜਿਹੜੀ ਇਹਨਾਂ ਦੀ ਨਿੱਜੀ ਸਵਾਰਥ ਆ ਉਸ 'ਚ ਖੜੀਆਂ ਹੁੰਦੀਆਂ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਕਾਫੀ ਸਮੇਂ ਬਾਅਦ, ਖਾਸਾ ਟਾਈਮ ਹੋ ਗਿਆ ਵੀ ਮੈਂ ਰੂਬਰੂ ਹੋ ਰਿਹਾ। ਮੈਂ ਜਦੋਂ ਵੀ ਕੋਈ ਗੱਲ ਕਰਨ ਆਉਣਾ ਉਹਦੀ ਕੋਈ ਵਜ੍ਹਾ ਹੁੰਦੀ ਆ। ਅੱਜ ਦੀ ਵਜ੍ਹਾ ਇਹ ਆ ਵੀ ਜਦੋਂ ਅਸੀਂ ਇਸ ਸਮਾਜ 'ਚ ਵਿਚਰਦੇ ਹਾਂ, ਉਸ ਟਾਈਮ ਸਾਡੇ ਕੋਲੇ ਦੋ ਤਰ੍ਹਾਂ ਦੀ ਚੋਇਸ ਹੁੰਦੀ ਆ, ਦੋ ਤਰ੍ਹਾਂ ਦੀ ਅਸੀਂ ਇਹ ਗੱਲ ਸਮਝ ਸਕਦੇ ਹਾਂ ਵੀ ਜਾਂ ਤਾਂ ਸਮਾਜ 'ਚ ਅਸੀਂ ਇਸ ਤਰ੍ਹਾਂ ਵਿਚਰੀਏ ਵੀ ਇੱਕ ਜਾਗਰੂਕ ਇਨਸਾਨ ਦੀ ਤਰ੍ਹਾਂ ਜਾਂ ਇੱਕ ਜਾਗਰੂਕ ਬੰਦੇ ਦੀ ਤਰ੍ਹਾਂ ਵਿਚਰਿਆ ਜਾਵੇ, ਕਿਉਂਕਿ ਜੋ ਕੁਝ ਗਲਤ ਹੋ ਰਿਹਾ ਉਹਦੇ ਖਿਲਾਫ ਉੱਠ ਕੇ ਅਸੀਂ ਆਪਦੀ ਆਵਾਜ਼ ਉਠਾਈਏ, ਜਾਂ ਫਿਰ ਇੱਕ ਜਿਉਂਦੀ ਜਾਗਦੀ ਲਾਸ਼ ਦੀ ਤਰ੍ਹਾਂ ਵਿਚਰੀਏ, ਜੋ ਕੁਝ ਹੋਈ ਜਾਂਦਾ ਸਾਨੂੰ ਕੋਈ ਮਤਲਬ ਨਹੀਂ ਆ, ਆਪਦਾ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ। ਸੋ ਇਹ ਸਾਡੀ ਚੋਇਸ ਆ ਅਸੀਂ ਕਿਸ ਤਰ੍ਹਾਂ ਵਿਚਰਨਾ। ਪਰ ਮੈਨੂੰ ਐਂ ਲੱਗਦਾ ਵੀ ਸਾਨੂੰ, ਜੇ ਅਸੀਂ ਇਨਸਾਨ ਆ ਜਾਂ ਕੋਈ ਵੀ ਇਨਸਾਨ ਆ, ਉਹਨੂੰ ਚੇਤੰਨ ਹੋਣਾ, ਉਹਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ, ਅਤੇ ਉਸੇ ਤਰ੍ਹਾਂ ਵਿਚਰਨਾ ਬਹੁਤ ਜ਼ਰੂਰੀ ਆ। ਨਹੀਂ ਤਾਂ ਇਨਸਾਨ ਅਤੇ ਜਾਨਵਰ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਅੱਜ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਬੜੀ ਖਾਸ ਗੱਲ ਆ। ਉਹ ਇਸ ਕਰਕੇ ਆ ਕਿਉਂਕਿ ਮੈਂ ਪਿਛਲੇ ਕੁਝ ਦਿਨਾਂ 'ਚ ਇਹ ਗੱਲ ਨੋਟਿਸ ਕੀਤੀ ਆ ਵੀ ਪੰਜਾਬ ਦੀ ਧਰਤੀ, ਸਾਡੀ ਜਿਹੜੀ ਜ਼ਮੀਨ ਆ, ਸਾਡੀ ਹਵਾ, ਸਾਡਾ ਪਾਣੀ, ਇਹਨਾਂ ਦੀ ਜਿਹੜੀ ਲੁੱਟ ਖਸੁੱਟ ਆ ਉਹ ਲਗਾਤਾਰ ਨਿਰੰਤਰ ਹੁੰਦੀ ਆ ਰਹੀ ਆ ਅਤੇ ਹੁਣ ਵੀ ਹੋ ਰਹੀ ਆ, ਅਤੇ ਅਸੀਂ ਇਸ ਗੱਲ ਨੂੰ ਹਜੇ ਤੱਕ ਸਮਝ ਹੀ ਨਹੀਂ ਪਾ ਰਹੇ ਇਹ ਕਿਵੇਂ ਹੋ ਰਹੀ ਆ, ਜਾਂ ਸਾਡੇ ਲੋਕਾਂ ਦੀ, ਸਾਡੀ ਕੌਮ ਦੀ ਜਿਹੜੀ ਲੁੱਟ ਖਸੁੱਟ ਆ ਉਹ ਨਹੀਂ ਬੰਦ ਹੋ ਰਹੀ। ਇਹ ਸਮਝਣੀ ਬਹੁਤ ਜ਼ਰੂਰੀ ਆ ਸਾਡੇ ਸਾਰਿਆਂ ਵਾਸਤੇ। ਤੁਸੀਂ ਇਹ ਦੇਖੋ, ਆਪਾਂ ਗ੍ਰੀਨ ਰੈਵੋਲਿਊਸ਼ਨ ਤੋਂ ਸ਼ੁਰੂ ਕਰੀਏ ਵੀ ਪੰਜਾਬ ਦੀ ਧਰਤੀ ਨੂੰ, ਸਾਡੀਆਂ ਜ਼ਮੀਨਾਂ ਨੂੰ ਕਿਸ ਤਰ੍ਹਾਂ ਕੰਟੈਮੀਨੇਟਡ ਕੀਤਾ ਜਾਂਦਾ, ਦੂਸ਼ਿਤ ਕੀਤਾ ਜਾਂਦਾ। ਉਹਨਾਂ 'ਚ ਕੈਮੀਕਲਸ ਦੀ ਵਰਤੋਂ ਸਾਨੂੰ ਕਰਨੀ ਸਿਖਾਈ। ਉੱਥੇ ਨਵੇਂ ਤਰ੍ਹਾਂ ਦੇ ਬੀਜ ਸਾਨੂੰ ਫਲਾਂ ਐਗਰੀਕਲਚਰ ਯੂਨੀਵਰਸਿਟੀ ਨੂੰ ਸਥਾਪਿਤ ਕਰਕੇ ਉੱਥੋਂ ਦੇ ਵਿਗਿਆਨੀਆਂ ਨੇ ਦਿੱਤੇ ਤੇ ਉਹਨੂੰ ਅਸੀਂ ਵਿਕਾਸ ਮੰਨਦੇ ਰਹੇ, ਪਰ ਉਹਦਾ ਸਿੱਟਾ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ, ਕਿਉਂਕਿ ਸਾਡੀ ਜ਼ਮੀਨ ਹੀ ਨਹੀਂ, ਸਾਡਾ ਪਾਣੀ ਵੀ ਦੂਸ਼ਿਤ ਹੋ ਚੁੱਕਾ। ਔਰ ਰਹਿੰਦਾ ਖੁੰਦਾ ਜਿਹੜੇ ਸਾਡੇ ਦਰਿਆ ਸੀ ਉਹਦੇ ਕੰਢਿਆਂ ਤੇ ਕਾਰਖਾਨੇ ਲਾ ਕੇ ਤੇ ਉਹਨਾਂ ਦਰਿਆਵਾਂ ਦੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਗਿਆ। ਉਹ ਪੀਣ ਯੋਗ ਰਿਹਾ ਹੀ ਨਹੀਂ। ਸਾਡੀਆਂ ਨਹਿਰਾਂ ਦਾ ਪਾਣੀ ਹੋਵੇ, ਸੂਇਆਂ ਦਾ ਪਾਣੀ ਹੋਵੇ ਜਾਂ ਸਾਡੇ ਦਰਿਆਵਾਂ ਦਾ ਪਾਣੀ ਹੋਵੇ, ਇਹ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਆ। ਸੋ
ਇਹ ਗੱਲ ਇਸ ਕਰਕੇ ਮੈਂ ਕਰ ਰਿਹਾ, ਤੁਸੀਂ ਦੇਖ ਲਓ ਸਤਲੁਜ ਦਰਿਆ 'ਚ ਕਿਸੇ ਟਾਈਮ ਬੁੱਢਾ ਦਰਿਆ ਆ ਕੇ ਪੈਂਦਾ ਸੀ, ਉਹ ਅੱਜ ਬੁੱਢਾ ਨਾਲਾ ਹੋ ਚੁੱਕਿਆ ਤੇ ਉਹ ਇੰਨਾ ਕੁ ਗੰਦਾ ਵੀ ਤੁਸੀਂ ਜੇ ਕਿਸੇ ਨੇ ਉਹ ਦੇਖਿਆ ਹੋਊਗਾ ਤਾਂ ਉਸ ਗੱਲ ਨੂੰ ਆਪਦੀਆਂ ਨਜ਼ਰਾਂ ਨਾਲ ਤੇ ਆਪਦੇ ਜ਼ਿਹਨ 'ਚ ਉਤਾਰਨਾ ਸਾਡੇ ਲਈ ਬਹੁਤ ਔਖਾ। ਅਗਲੀ ਗੱਲ ਆ ਜਿਹੜੀ, ਸਾਡੇ ਬਠਿੰਡੇ ਵਾਲਾ ਥਰਮਲ ਪਲਾਂਟ ਹੋਵੇ, ਤੁਸੀਂ ਇਹ ਦੇਖੋ ਜਦੋਂ ਥਰਮਲ ਬਣਨਾ ਸੀ, ਇਹ ਗੱਲ ਉਹਨਾਂ ਵੇਲਿਆਂ 'ਚ, ਉਸ ਵੇਲੇ 'ਚ ਜਾ ਕੇ ਸੋਚੋ ਜਦੋਂ ਕਿਸਾਨ ਲਈ ਜ਼ਮੀਨ ਸਭ ਕੁਝ ਹੁੰਦੀ ਸੀ। ਅੱਜ ਤਾਂ ਮੇਰੇ ਖਿਆਲ 'ਚ ਕਿਸਾਨ ਦਾ ਰਿਸ਼ਤਾ ਜ਼ਮੀਨ ਨਾਲ ਓਨਾ ਗੂੜਾ ਨਹੀਂ ਬਚਿਆ ਹੋਣਾ, ਕਿਉਂਕਿ ਇਹਨਾਂ ਨੇ ਖੋਹ ਲਏ ਰਿਸ਼ਤੇ। ਸੋ ਉਸ ਵੇਲੇ ਉੱਥੇ ਜ਼ਮੀਨ ਅਕਵਾਇਰ ਕੀਤੀ ਗਈ ਤੇ ਥਰਮਲ ਬਣਾਇਆ ਗਿਆ। ਅੱਜ ਇਹਨਾਂ ਦੇ ਸਰਕਾਰਾਂ ਦੇ ਅਨੁਕੂਲ ਨਹੀਂ ਰਿਹਾ ਉਹ, ਤੇ ਅੱਜ ਉਸ ਥਰਮਲ ਨੂੰ ਤੋੜ ਕੇ ਉੱਥੇ ਹੁਣ ਕੋਈ ਨਵੇਂ ਵਿਕਾਸ ਜਾਂ ਮਨੋਰੰਜਨ ਦੇ ਸਾਧਨਾਂ ਦੇ ਜਿਹੜੇ ਤੁਸੀਂ ਕਹਿ ਲਿਓ ਵੀ ਉਹ ਸਾਰਾ ਏਰੀਆ ਡਿਵੈਲਪ ਕੀਤਾ ਜਾਊਗਾ, ਤੇ ਇਹਨੂੰ ਇਹ ਵਿਕਾਸ ਕਹਿੰਦੇ ਆ। ਸੋ ਅਗਲਾ ਵਿਕਾਸ ਜਿਹੜਾ ਹੋਣ ਜਾ ਰਿਹਾ ਉਹ ਸਾਡਾ ਲੁਧਿਆਣੇ ਆਪਣਾ ਮੱਤੇਵਾਲ ਜੰਗਲ ਆ ਜਿਹੜਾ, ਉਹਨੂੰ ਕੱਟ ਕੇ ਤੇ ਉੱਥੇ ਇੱਕ ਜਿਹੜਾ ਸਨਅਤੀ, ਤੁਸੀਂ ਇਹ ਕਹਿ ਲਓ ਵੀ ਉਹ ਪੂਰਾ ਏਰੀਏ 'ਚ ਇੱਕ ਸਨਅਤ, ਇੱਕ ਉਦਯੋਗ ਜਾਂ ਇੰਡਸਟਰੀਅਲ ਬੈਲਟ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਹ ਸਾਰਾ ਵਿਕਾਸ, ਉੱਥੇ ਦਰਖਤ ਵੱਢੇ ਜਾਣਗੇ, ਉੱਥੋਂ ਦੇ ਜਿਹੜੇ ਪੰਛੀ ਆ, ਉੱਥੇ ਹੋਰ ਜਿਹੜੀਆਂ ਕੋਈ ਛੋਟੇ ਮੋਟੇ ਜਾਨਵਰ ਵਸਦੇ ਆ, ਉਹਨਾਂ ਸਾਰਿਆਂ ਨੂੰ ਉਜਾੜਿਆ ਜਾਊਗਾ। ਇਹ ਜਿਹੜਾ ਇਕੋਲੋਜੀਕਲ ਲਿਟਰੇਸੀ ਆ, ਇਹ ਤਾਂ ਜ਼ੀਰੋ ਆ ਨਾ ਸਾਡੇ ਹੁਕਮਰਾਨਾਂ 'ਚ, ਜਾਂ ਉਹ ਅਫਸਰ ਸਾਹਿਬਾਨ ਆ ਜਿਹੜੇ ਬੈਠੇ ਆ ਉਹਨਾਂ 'ਚ। ਇਕੋਲੋਜੀਕਲ ਲਿਟਰੇਸੀ, ਇਹਨਾਂ ਨੂੰ ਪਤਾ ਹੀ ਨਹੀਂ ਵੀ ਇਸ ਸਾਰੇ ਵਰਤਾਰੇ ਨੂੰ, ਇਸ ਬਣਤਰ ਨੂੰ, ਇਸ ਨੇਚਰ ਦੀ, ਇਸ ਸ੍ਰਿਸ਼ਟੀ ਦੀ ਬਣਤਰ ਨੂੰ ਕਾਇਮ ਕਿਵੇਂ ਰੱਖਿਆ ਜਾਣਾ ਚਾਹੀਦਾ, ਕਿਉਂਕਿ ਇਹ ਸਿਰਫ ਇਹਨਾਂ 'ਚ ਹਿਰਸ ਆ, ਜਿਹੜੀ ਲਾਲਚ ਆ, ਉਹ ਸਿਰਫ ਆਪਦੇ ਆਪ ਨੂੰ, ਆਪਦੇ ਮਕਸਦ, ਆਪਦੇ ਜਿਹੜੇ ਨਿੱਜੀ ਸਵਾਰਥ ਆ, ਇਹਨਾਂ ਨੇ ਉਸ ਚੀਜ਼ ਨੂੰ ਹੀ ਦੇਖਣਾ। ਤੇ ਇਹ ਜਿਹੜੀ ਵਿਕਾਸ ਸਾਨੂੰ ਪਰਿਭਾਸ਼ਾ ਦੇ ਕੇ ਜਾਂਦੇ ਆ, ਉਹ ਵਿਕਾਸ ਦੀ ਜਿਹੜੀ ਫਾਊਂਡੇਸ਼ਨ ਆ ਉਹ ਖੜੀ ਹੁੰਦੀ ਆ ਉਜਾੜ ਤੇ। ਇਹਨਾਂ ਨੇ ਕਿਸੇ ਨਾ ਕਿਸੇ ਕਮਿਊਨਿਟੀ ਨੂੰ, ਕੋਈ ਪਿੰਡ ਹੋਵੇ, ਕੋਈ ਕਸਬਾ ਹੋਵੇ, ਕੋਈ ਖਾਸ ਤਰ੍ਹਾਂ ਦੇ ਲੋਕ ਹੋਣ, ਉਸ ਚੀਜ਼ ਨੂੰ ਉਜਾੜ ਕੇ, ਜਾਂ ਨੇਚਰ ਹੋਵੇ, ਪੰਛੀ ਹੋਣ, ਪਸ਼ੂ ਹੋਣ, ਉਸ ਚੀਜ਼ ਨੂੰ ਉਜਾੜ ਕੇ ਉੱਥੇ ਚੀਜ਼ਾਂ ਬਣਾਉਣੀਆਂ ਤੇ ਉਹਨੂੰ ਵਿਕਾਸ ਦੀ ਪਰਿਭਾਸ਼ਾ ਦੇਣੀ ਆ। ਹੌਲੀ ਹੌਲੀ ਅਸੀਂ ਸ਼ੁਰੂ 'ਚ ਇਸ ਗੱਲ ਤੇ ਉੱਠ ਕੇ ਵਿਰੋਧ ਕਰਦੇ ਹਾਂ, ਬੋਲਦੇ ਹਾਂ, ਪਰ ਹੌਲੀ ਹੌਲੀ ਸਾਨੂੰ ਵੀ ਇਸ ਗੱਲ ਦੀ ਆਦਤ ਪੈ ਜਾਂਦੀ ਆ। ਸਾਨੂੰ ਐਂ ਲੱਗਦਾ ਵੀ ਆਹੀ ਵਿਕਾਸ ਆ, ਇਹੀ ਆਧੁਨਿਕ ਜਾਂ ਗਲੋਬਲਾਈਜੇਸ਼ਨ ਆ। ਪਰ ਤੁਸੀਂ ਇਹ ਦੇਖ ਲਓ, ਜਿਹੜੀ ਗਲੋਬਲਾਈਜੇਸ਼ਨ ਸਾਡੇ ਸਾਹਮਣੇ ਪ੍ਰੈਜ਼ੈਂਟ ਕੀਤੀ ਜਾਂਦੀ ਆ, ਉਹਦੀਆਂ ਜਿਹੜੀਆਂ ਜੜ੍ਹਾਂ, ਉਹਦੀ ਫਾਊਂਡੇਸ਼ਨ ਆ, ਉਹ ਕਿਸੇ ਨਾ ਕਿਸੇ ਉਜਾੜ 'ਚ, ਕਿਸੇ ਨਾ ਕਿਸੇ ਜ਼ੁਲਮ 'ਚ, ਜਾਂ ਕਿਸੇ ਨਾ ਕਿਸੇ ਜਿਹੜੀ ਇਹਨਾਂ ਦੀ ਨਿੱਜੀ ਸਵਾਰਥ ਆ ਉਸ 'ਚ ਖੜੀਆਂ ਹੁੰਦੀਆਂ। ਹੁਣ ਮੱਤੇਵਾਲ ਜੰਗਲ ਦੀ ਉਦਾਹਰਨ ਮੈਂ ਤੁਹਾਨੂੰ ਦਿੰਦਾ। ਬੜਾ ਵਿਰੋਧ ਹੋਇਆ ਪੰਜਾਬ 'ਚ, ਜਿਹੜੇ ਸਾਡੇ ਇਨਵਾਇਰਮੈਂਟਲਿਸਟ ਸੀ ਉਹਨਾਂ ਨੇ ਕਿਹਾ ਵੀ ਨਹੀਂ ਹੋਣਾ ਚਾਹੀਦਾ, ਅਸੀਂ ਇਸ ਦੇ ਵਿਰੋਧ 'ਚ ਆਪਦੀ ਆਵਾਜ਼ ਉਠਾਵਾਂਗੇ। ਇੱਕ ਦਿਨ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਾਹਿਬ ਆ ਕੇ ਇਹ ਬਿਆਨ ਦਿੰਦੇ ਆ ਵੀ ਉੱਥੇ ਇੱਕ ਵੀ ਰੁੱਖ ਨਹੀਂ ਕੱਟਿਆ ਜਾਊਗਾ। ਜਿਹੜੀ ਉਹਨਾਂ ਨੇ ਕੋਈ ਜ਼ਮੀਨ 3000 ਜਾਂ 4000 ਜਿਹੜਾ ਏਕੜ ਆ ਉਹ ਐਕਵਾਇਰ ਕਰਨੀ ਆ, ਉਸ ਲਈ ਜੇ ਇੱਕ ਵੀ ਰੁੱਖ ਨਹੀਂ ਕੱਟਿਆ ਜਾਊਗਾ ਤਾਂ ਇਹ ਮੈਂ ਤੁਹਾਨੂੰ ਗਾਰੰਟੀ ਦਿੰਨਾ, ਅੱਛਾ ਇੱਥੇ ਬੈਠਾ ਹੀ ਗਾਰੰਟੀ ਦਿੰਨਾ ਵੀ ਇਹ ਪੋਸੀਬਲ ਹੀ ਨਹੀਂ ਆ ਵੀ ਉੱਥੇ ਕਿਸੇ ਸਨਅਤ ਦਾ ਵਿਕਾਸ ਕਰ ਦੇਣ, ਜਾਂ ਉੱਥੇ ਬਿਨਾਂ ਕਿਸੇ ਰੁੱਖ ਕੱਟਿਓ ਇਹ ਉੱਥੇ ਪੂਰਾ ਜਿਹੜਾ ਇੰਡਸਟਰੀਅਲ ਬੈਲਟ ਸਥਾਪਿਤ ਕਰ ਦੇਣ, ਤੇ ਨਾਲ ਉਹਦੇ ਸਤਲੁਜ ਦਰਿਆ ਵਗਦਾ। ਮਾਲਵੇ ਦੀ ਜਿਹੜੀ ਕੈਂਸਰ ਦੀ ਜਾਂ ਹੋਰ ਚਮੜੀ ਦੇ ਰੋਗ ਆ, ਜਿਹੜੀ ਪ੍ਰੋਬਲਮ ਆ, ਉਹ ਹੈ ਹੀ ਇਹ, ਕਿਉਂਕਿ ਪਾਣੀਆਂ ਨੂੰ, ਦਰਿਆਵਾਂ ਦੇ ਪਾਣੀਆਂ ਨੂੰ ਦੂਸ਼ਿਤ ਕਰ ਦਿੱਤਾ ਗਿਆ, ਤੇ ਉੱਥੇ ਜਿਹੜਾ ਪਾਣੀ ਜਾਂਦਾ ਲੈਂਡ ਕੰਟੈਮੀਨੇਟਡ, ਅਸੀਂ ਆਪ ਰੇਹਾਂ ਸਪਰੇਆਂ ਪਾ ਤੇ ਕਰਤੀ। ਹੁਣ ਜਿਹੜੇ ਰਹਿੰਦ ਖੂੰਹਦ ਸੀ ਉਹ ਦਰਿਆਵਾਂ ਦੇ ਪਾਣੀਆਂ ਨੂੰ ਵੀ ਦੂਸ਼ਿਤ ਕਰਤਾ, ਤੇ ਲੱਖਾਂ ਲੋਕਾਂ ਨੂੰ ਕੈਂਸਰ ਹੋ ਰਿਹਾ, ਪਰ ਸਾਨੂੰ ਹਜੇ ਤੱਕ ਅਸੀਂ ਉਹਦੀ ਜੜ ਤੱਕ ਨਹੀਂ ਪਹੁੰਚ ਸਕਦੇ। ਤੇ ਉਸ ਤੋਂ ਬਾਅਦ ਉਹ ਕਹਿੰਦੇ ਦੇਖੋ ਦਰਿਆ ਨੂੰ ਵੀ ਪ੍ਰੋਟੈਕਟ ਕਰਨ ਵਾਸਤੇ 6 ਲੇਨ ਹਾਈਵੇ ਬਣਾਇਆ ਜਾਊਗਾ, ਜੋ ਕਿ ਉਸ ਇੰਡਸਟਰੀਅਲ ਬੈਲਟ ਨੂੰ ਤੇ ਇਸ ਰਿਵਰ ਨੂੰ, ਸਤਲੁਜ ਰਿਵਰ ਨੂੰ, ਉਹਦੇ ਵਿੱਚ ਵੰਡ ਪਾਊਗਾ। ਇਹ ਤੁਹਾਨੂੰ ਤੇ ਮੈਨੂੰ ਵੀ ਪਤਾ, ਜੇ ਹਜੇ ਤੱਕ ਵੀ ਅਸੀਂ ਨਹੀਂ ਜਾਗਦੇ ਵੀ ਪੁਰਾਣੀਆਂ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਆ ਸਾਡੇ ਨਾਲ, ਜਾਂ ਪੁਰਾਣੀਆਂ ਜਿਹੜੀਆਂ ਸਾਡੇ ਸਾਹਮਣੇ ਉਦਾਹਰਨਾਂ ਪਈਆਂ, ਉੱਥੋਂ ਨਹੀਂ ਸਿੱਖਦੇ ਵੀ ਇਹ ਕਦੇ ਵੀ ਇਸ ਲੈਵਲ ਦੀ ਪਲੈਨਿੰਗ ਇਹਨਾਂ ਕੋਲੇ ਨਹੀਂ ਹੁੰਦੀ, ਕਦੇ ਵੀ ਉਸ ਲੈਵਲ ਦੀ ਪਲੈਨਿੰਗ ਕਰਕੇ ਨਹੀਂ ਇਹ ਚੱਲਦੇ ਵੀ ਜਿਹੜੇ ਨੇਚਰ ਦੇ ਜਾਂ ਕੁਦਰਤ ਦੇ ਸੋਮੇ ਆ ਉਹਨੂੰ ਬਰਕਰਾਰ ਰੱਖਿਆ ਜਾਵੇ, ਤੇ ਉਸ ਜਿਹੜਾ ਰੂਲ ਆਫ ਨੇਚਰ ਆ
ਉਹਦੀ ਉਲੰਘਣਾ ਨਾ ਕੀਤੀ ਜਾਵੇ। ਇਹਨਾਂ ਨੇ ਹਮੇਸ਼ਾ ਉਜਾੜ ਹੀ ਕੀਤਾ ਤੇ ਹੁਣ ਵੀ ਉਜਾੜ ਹੀ ਕਰਨਗੇ। ਮੈਨੂੰ ਲੱਗਦਾ ਸਾਨੂੰ ਇਹੋ ਜਿਹੀ ਕੋਈ ਜਿਹੜਾ ਵਿਕਾਸ ਜਾਂ ਡਿਵੈਲਪਮੈਂਟ ਜਾਂ ਗਲੋਬਲਾਈਜੇਸ਼ਨ ਨੂੰ ਹਮੇਸ਼ਾ ਹੁਣ ਬਹੁਤ ਹੀ ਸਿੱਧੇ ਢੰਗ ਨਾਲ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਸਾਨੂੰ ਇਤਿਹਾਸ 'ਚ ਉਦਾਹਰਨਾਂ ਮਿਲਦੀਆਂ ਵੀ ਇਸ ਗੱਲ ਨੇ ਕਿਸੇ ਨਾ ਕਿਸੇ ਢੰਗ ਨਾਲ ਸਾਡੇ 'ਤੇ ਬੁਰਾ ਅਸਰ ਹੀ ਕੀਤਾ, ਚਾਹੇ ਸਾਡੀ ਸਿਹਤ ਪੱਖੀ ਹੋਵੇ, ਚਾਹੇ ਸਾਡੇ ਕਿਸੇ ਵੀ ਢੰਗ ਨਾਲ ਵਾਤਾਵਰਨ ਨੂੰ ਵਿਗਾੜਨ ਦੀ ਗੱਲ ਹੋਵੇ। ਜੇ ਅਸੀਂ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ਸਿੱਖਿਆ ਦੀ ਗੱਲ ਕਰਦੇ ਹਾਂ ਤਾਂ ਬਾਬਾ ਨਾਨਕ ਤਾਂ ਇਹ ਕਹਿ ਕੇ ਗਏ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਤੁਸੀਂ ਇਹ ਦੇਖੋ ਵੀ ਗੁਰੂ ਨਾਨਕ ਸਾਹਿਬ ਨੇ ਇਸ ਨੇਚਰ ਨੂੰ ਕਿੱਡਾ ਵੱਡਾ ਰੁਤਬਾ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਦੋਂ ਉੱਤੇ ਹੋਰ ਕੋਈ ਪੈਗੰਬਰ ਜਾਂ ਹੋਰ ਕਿਸੇ ਕੌਮ ਦਾ ਰਹਿਬਰ ਕੀ ਕਹਿ ਸਕਦਾ। ਤੇ ਸਾਡੀ ਇਹ ਸਮਝ 'ਚ ਨਹੀਂ ਆਉਂਦੀ ਸਾਡੀ ਨੇਚਰ ਨਾਲ ਜਿਹੜਾ ਰਿਸ਼ਤਾ, ਕੁਦਰਤ ਨਾਲ ਜਿਹੜਾ ਰਿਸ਼ਤਾ, ਉਹ ਕਿੱਡਾ ਜ਼ਿਆਦਾ ਸਵਾਰਥੀ ਤੇ ਕਿੱਡਾ ਜ਼ਿਆਦਾ ਤੁਸੀਂ ਇਹ ਕਹਿ ਲਓ ਵੀ ਨਿੱਜੀ ਹੋ ਚੁੱਕਿਆ। ਇੰਨਾ ਜ਼ਿਆਦਾ ਵੀ ਅਸੀਂ ਆਪਦੇ ਸਵਾਰਥ ਦੇਖਦੇ ਹਾਂ, ਆਪਦਾ ਲਾਲਚ ਦੇਖਦੇ ਹਾਂ ਤੇ ਇਹਨਾਂ ਹੁਕਮਰਾਨਾਂ ਨੂੰ ਅਸੀਂ ਉਹ ਸਭ ਕੁਝ ਕਰਨ ਦਿੰਦੇ ਆ ਜਿਹਨੇ ਆ ਕੇ ਸਾਡੇ ਤੇ ਕੋਈ ਮਾੜਾ ਪ੍ਰਭਾਵ ਹੀ ਪਾਉਣਾ। ਤਾਂ ਇਸ ਕਰਕੇ ਖੜੇ ਹੋ ਜਾਓ ਮਿੱਤਰੋ। ਜਦੋਂ ਤੱਕ ਇਹ ਮੈਂ ਤੁਹਾਨੂੰ ਗੱਲ ਦੱਸਦਾ, ਕੋਈ ਡੀਸੀ ਹੋਵੇ, ਕੋਈ ਐਸਐਸਪੀ ਹੋਵੇ, ਇਹ ਗੱਲ ਸਮਝ ਲਓ, ਕੋਈ ਆਈਏਐਸ ਆਫੀਸਰ, ਆਈਪੀਐਸ ਆਫੀਸਰ, ਉਹਨੇ ਪੰਜਾਬ ਦੇ ਹਿੱਤਾਂ ਬਾਰੇ ਕਦੇ ਨਹੀਂ ਸੋਚਣਾ। ਬਹੁਤ ਘੱਟ ਹੋਊਗਾ ਵੀ ਉਹ ਸੋਚਣਗੇ, ਕਿਉਂਕਿ ਉਹ ਸਾਰੇ ਸੈਂਟਰ ਤੋਂ ਚੱਲਦੇ ਆ ਤੇ ਸੈਂਟਰ ਵਾਲੇ ਢਾਂਚੇ 'ਚ ਉਹ ਪਹਿਲਾਂ ਹੀ ਆਪਦੀ ਟ੍ਰੇਨਿੰਗ ਦੇ ਦੌਰਾਨ ਉਹਦੇ 'ਚ ਉਤਰ ਕੇ ਆਏ ਹੁੰਦੇ ਆ। ਉਹਨਾਂ ਨੂੰ ਦੇਸ਼ ਭਗਤੀ ਜਾਂ ਦੇਸ਼, ਭਾਰਤ ਦੇਸ਼, ਕੌਮੀਅਤ ਹੀ ਇਹ ਜਿਹੜੀ ਸਿਰਜ ਰਹੇ ਆ, ਉਹਦਾ ਸਭ ਤੋਂ ਵੱਡਾ ਖਿਆਲ ਹੁੰਦਾ। ਇਸ ਕਰਕੇ ਸਾਡਾ ਅਫਸਰ ਜਾਂ ਸਾਡਾ ਨੇਤਾ ਉਹੀ ਆ ਜਿਹੜਾ ਪੰਜਾਬ ਬਾਰੇ ਸੋਚੂਗਾ, ਪੰਜਾਬ ਦੀ ਕੌਮ ਬਾਰੇ ਸੋਚੂਗਾ, ਸਾਡੇ ਲੋਕਾਂ ਬਾਰੇ ਸੋਚੂਗਾ, ਸਾਡੀ ਧਰਤੀ ਬਾਰੇ ਸੋਚੂਗਾ, ਸਾਡੇ ਉੱਥੋਂ ਦੇ ਪੌਣ ਪਾਣੀ ਬਾਰੇ ਸੋਚੂਗਾ। ਤਾਂ ਹੀ ਮੈਂ ਕਹਿੰਦਾ ਹੁੰਦਾ, ਕੋਈ ਕਾਂਗਰਸ ਹੋਵੇ, ਕੋਈ ਬੀਜੇਪੀ ਹੋਵੇ ਜਾਂ ਅਕਾਲੀ ਹੋਣ ਜਾਂ ਕੋਈ ਵੀ ਹੋਵੇ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਤੁਸੀਂ ਕਹਿ ਲਓ ਵੀ ਉੱਤੇ ਜਿਹੜੇ ਇਹਨਾਂ ਦੀਆਂ ਸਟ੍ਰੇਨਸ ਆ ਨਾ, ਉਹ ਖਿੱਚਦੇ ਆ। ਦਿੱਲੀ 'ਚ ਜਿਹੜੀ ਸਰਕਾਰ ਆ ਉਹ ਬੈਠੇ ਖਿੱਚ ਲੈਂਦੀ ਆ ਤੇ ਇਹ ਉਵੇਂ ਹੀ ਇੱਥੇ ਖੇਡੀ ਜਾਂਦੇ ਆ। ਇਹਨਾਂ ਨੂੰ ਸਾਡੇ ਹਿੱਤਾਂ ਦਾ ਕੋਈ ਪਰਵਾਹ ਨਹੀਂ, ਕੋਈ ਇਹਨਾਂ ਨੂੰ ਸਾਡੇ ਹਿੱਤਾਂ ਬਾਰੇ ਖਿਆਲ ਨਹੀਂ। ਇਸ ਕਰਕੇ ਸਾਡੇ ਪੰਜਾਬ ਨੂੰ ਕੋਈ ਨਵਾਂ ਨੇਤਾ ਜਾਂ ਕੋਈ ਨਵਾਂ ਇਹੋ ਜਿਹਾ ਆਗੂ ਜਾਂ ਲੀਡਰ ਚਾਹੀਦਾ ਜਿਹੜਾ ਸਿਰਫ ਪੰਜਾਬ ਦੀ ਗੱਲ ਕਰੇ, ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰੇ। ਉਹ ਦਿੱਲੀ ਤੋਂ ਕੰਟਰੋਲ ਨਾ ਹੁੰਦਾ ਹੋਵੇ, ਉਹ ਲੋਕਾਂ ਦੇ ਹਿੱਤਾਂ ਦੀ ਤੇ ਪੰਜਾਬ ਦੀ, ਪੰਜਾਬ ਦੇ ਕਿਸਾਨਾਂ ਦੀ, ਸਾਡੇ ਆਬੂ ਹਵਾ ਦੀ ਗੱਲ ਕਰੇ। ਤਾਂ ਉਹ ਨਾਰਾ ਪੰਜਾਬ ਨੂੰ ਬਹੁਤ ਜ਼ਰੂਰੀ ਆ, ਚਾਹੀਦਾ। ਇਹੀ ਹੱਲ ਆ। ਅਦਰਵਾਈਜ਼ ਜਿੰਨੀਆਂ ਮਰਜ਼ੀ ਵੋਟਾਂ ਤੁਸੀਂ ਅਕਾਲੀ ਦਲ ਨੂੰ ਪਾ ਲਓ, ਜਿੰਨੀਆਂ ਮਰਜ਼ੀ ਕਾਂਗਰਸ ਨੂੰ ਪਾ ਲਓ, ਜਿੰਨੀਆਂ ਮਰਜ਼ੀ ਹੋਰ ਕਿਸੇ ਇਹੋ ਜਿਹੀ ਪਾਰਟੀ ਨੂੰ ਪਾ ਲਓ ਜਿਹੜੀ ਨੈਸ਼ਨਲਿਸਟਿਕ ਅਪਰੋਚ ਰੱਖਦੀ ਆ, ਉਹਨੇ ਪੰਜਾਬ ਨੂੰ ਕਦੇ ਵੀ ਆਪਦੇ ਮੂਹਰੇ ਰੱਖ ਕੇ ਉਸ ਗੱਲ ਨੂੰ ਨਹੀਂ ਵਾਚਣਾ। ਉਹਨਾਂ ਨੇ ਸਿਰਫ ਹਮੇਸ਼ਾ ਉਹੀ ਦੇਖਣਾ ਵੀ ਦੇਸ਼ ਕੀ ਚਾਹੁੰਦਾ, ਕਿਉਂਕਿ ਜੋ ਦਿੱਲੀ ਚਾਹੁੰਦੀ ਆ ਤੁਸੀਂ ਉਹੀ ਉਗਾਉਣੇ ਹੋ, ਤੁਸੀਂ ਉਹੀ ਵੇਚਦੇ ਹੋ ਤੇ ਉਹ ਉਹੀ ਖਰੀਦਦੇ ਆ। ਆਪਦੀ ਕੋਈ ਰਵਾਇਤੀ ਫਸਲ ਤੁਹਾਡੀਆਂ ਗਾਇਬ ਕਰਤੀਆਂ ਉਹਨਾਂ ਨੇ। ਸੋ ਇਹ ਗੱਲਾਂ ਜਿਹੜੀਆਂ ਸਾਡੇ ਲਈ ਸਮਝਣ ਵਾਸਤੇ ਬਹੁਤ ਜ਼ਰੂਰੀ ਆ ਵੀ ਸਰਕਾਰਾਂ ਜੋ ਚਾਹੁੰਦੀਆਂ ਉਹ ਹੁੰਦਾ, ਕਿਉਂਕਿ ਅਸੀਂ ਜਾਗਰੂਕ ਨਹੀਂ ਹੁੰਦੇ। ਜੇ ਜਾਗਰੂਕ ਹੋ ਜਾਾਂਗੇ ਜਾਂ ਉਹੋ ਜਿਹੇ ਆਗੂ ਪੈਦਾ ਕਰ ਲਾਂਗੇ ਜਿਹੜੇ ਸਿਰਫ ਪੰਜਾਬ ਦੀ ਗੱਲ ਕਰਨ, ਤਾਂ ਮੇਰੇ ਖਿਆਲ 'ਚ ਸਾਡੇ ਪੰਜਾਬ ਦਾ ਜਿਹੜਾ ਸੁਧਾਰ ਅਸੀਂ ਹਰ ਬੰਦਾ ਆਪਦੇ ਅੰਦਰ ਵਸਾਈ ਬੈਠਾ, ਉਹ ਸਾਡੇ ਕੋਲੇ ਇੱਕ ਸੁਪਨਾ ਜਿਹੜਾ ਉਹਨੂੰ ਅਸੀਂ ਅਚੀਵ ਕਰਨ ਜੋਗੇ ਹੋ ਜਾਾਂਗੇ। ਇੱਕ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀ, ਕਿਉਂਕਿ ਬੜਾ ਪੰਜਾਬ 'ਚ ਇਹ ਮੁੱਦਾ ਬੜਾ ਗੰਭੀਰ ਚੱਲਦਾ ਹੈ ਕਿ ਉਹਦੇ ਤੇ ਆਪਾਂ ਬਾਅਦ 'ਚ ਜਾਂਦੇ ਹਾਂ। ਪਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ, ਜਦੋਂ ਪੰਜਾਬ 'ਚ ਖਾੜਕੂ ਲਹਿਰ, ਉਹ ਇੱਕ ਰੈਵੋਲੂਸ਼ਨ ਸੀ। ਜ਼ੁਲਮ ਤੇ ਜ਼ਬਰ ਨਾਲ ਇਹਨਾਂ ਨੇ ਦੱਬ ਲਈ, ਬੰਦ ਕਰਤੀ ਇਹਨਾਂ ਨੇ। ਸਟੇਟ ਨੇ ਜਾਂ ਇਹ ਕਹਿ ਲਓ ਵੀ ਉਸ ਟਾਈਮ ਦੀ ਸਰਕਾਰ ਨੇ ਬੜੇ ਜ਼ੁਲਮ ਕੀਤੇ, ਬੜੇ ਲੋਕਾਂ ਨੂੰ, ਬੜੇ ਸਾਡੇ ਜਿਹੜੇ ਨੌਜਵਾਨ ਸੀ, ਸਿੱਖ ਨੌਜਵਾਨ ਵੀ ਸੀ, ਉਹਨਾਂ ਨੂੰ ਮਾਰਿਆ। ਤੇ ਉਸ ਜ਼ੁਲਮ ਨਾਲ ਖਾੜਕੂ ਲਹਿਰ ਇੱਕ ਤਾਂ ਜ਼ੁਲਮ ਤੇ ਜ਼ਬਰ ਨਾਲ ਬੰਦ ਹੋਇਆ। ਦੂਜਾ ਉਹਦੇ ਲਈ ਇੱਕ ਹੋਰ ਸਕੀਮ ਘੜੀ ਗਈ, ਜਦੋਂ ਉਹਨੂੰ ਆਪਰੇਸ਼ਨ ਨਾਈਟ ਡੋਮੀਨੈਂਸ ਦਾ ਨਾਂ ਦਿੱਤਾ ਗਿਆ। ਜਦੋਂ KPS ਗਿੱਲ ਸਾਡਾ ਪੁਲਿਸ ਦਾ ਮੁਖੀ ਬਣ ਕੇ ਪੰਜਾਬ 'ਚ ਆਇਆ, ਤਾਂ ਉਸ ਟਾਈਮ ਉਹਨੇ ਇੱਕ ਹੋਰ ਮੁਹਿੰਮ ਚਲਾਈ ਜਿਹਨੂੰ ਆਪਰੇਸ਼ਨ ਨਾਈਟ ਡੋਮੀਨੈਂਸ ਦਾ ਨਾਂ ਦਿੱਤਾ ਗਿਆ, ਕਿਉਂਕਿ ਉਸ ਵੇਲੇ ਇਹ ਸੀ ਵੀ ਦਿਨੇ ਸਰਕਾਰ ਦਾ ਜਾਂ ਪੁਲਿਸ ਦਾ ਰਾਜ ਹੁੰਦਾ ਸੀ ਤੇ ਰਾਤ ਨੂੰ ਖਾੜਕੂਆਂ ਦਾ ਰਾਜ ਹੁੰਦਾ ਸੀ। ਸੋ ਇਹਨਾਂ ਨੇ ਕੀ ਕੀਤਾ, ਬੜੀ ਗਿਣੀ ਮਿਥੀ
ਜਿਹੜੀ ਸਾਜ਼ਿਸ਼ ਉਸ ਦੇ ਅਧੀਨ ਰਾਤ ਨੂੰ ਸੱਭਿਆਚਾਰ ਦੇ ਨਾਂ ਤੇ, ਪੰਜਾਬੀ ਸੱਭਿਆਚਾਰ ਦੇ ਨਾਂ ਤੇ ਪ੍ਰੋਗਰਾਮ ਕਰਾਉਣੇ ਸ਼ੁਰੂ ਕਰਤੇ। ਕਲਚਰਲ ਪ੍ਰੋਗਰਾਮ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਜਿਹਦੇ 'ਚ ਇਹਨਾਂ ਨੇ ਉਸ ਟਾਈਮ 'ਚ ਚੱਲ ਰਹੇ ਸਿੰਗਰਸ ਨੂੰ ਬੁਲਾਉਣਾ ਤੇ ਉਹਨਾਂ ਤੋਂ ਗਵਾਉਣਾ, ਉੱਥੇ ਆਪਣੇ ਪੰਜਾਬ ਸਮਾਜ ਦੇ ਅਲੀਟ ਨੂੰ ਵੀ ਲੈ ਕੇ ਜਾਣਾ। ਤੇ ਅਲੀਟ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਲੀਟ ਦੇ ਉਹ ਸਾਰੀ ਫੈਮਿਲੀ ਨੂੰ ਵੀ ਨਾਲ ਲੈ ਕੇ ਜਾਣਾ। ਉਹਨਾਂ ਦੀਆਂ ਲੇਡੀਜ਼ ਨੇ ਸੂਟ ਬੂਟ ਪਾ ਕੇ ਤਿਆਰ ਵਿਆਰ ਹੋ ਕੇ ਉੱਥੇ ਪਹੁੰਚ ਜਾਣਾ ਤੇ ਉਹ ਇੱਕ ਸੋਸ਼ਲ ਸਟੇਟਸ ਜਾਂ ਇੱਕ ਤੁਸੀਂ ਇਹ ਕਹਿ ਲਓ ਸਟੇਟਸ ਸਿੰਬਲ ਸਮਝਿਆ ਜਾਣ ਲੱਗ ਪਿਆ। ਤੇ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਹੋਣ ਲੱਗ ਗਿਆ। ਉਸ ਵੇਲੇ ਗੁਰਦਾਸ ਮਾਨ ਸਾਹਿਬ, ਸਰਦੂਲ ਸਿਕੰਦਰ, ਹੰਸ ਰਾਜ ਹੰਸ ਜਾਂ ਹੋਰ ਜਿਹੜੇ ਸਿੰਗਰ ਸੀ, ਇਹਨਾਂ ਸਾਰਿਆਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਾਏ ਜਾਣੇ। ਉੱਥੇ ਸ਼ਰਾਬਾਂ ਚੱਲਣੀਆਂ, ਉੱਥੇ ਨੱਚਣਾ ਟੱਪਣਾ। ਸਾਜ਼ਿਸ਼ ਇਹ ਸੀ ਵੀ ਪੰਜਾਬ ਨੂੰ ਹੁਣ ਕਲਚਰ ਦੇ ਨਾਂ ਤੇ ਨੱਚਣ ਟੱਪਣ ਤੇ ਆ ਸ਼ਰਾਬਾਂ ਵਾਲੇ ਦੌਰ ਵਾਲੇ ਪਾਸੇ ਲਾਇਆ ਜਾਵੇ। ਫਿਰ ਹੌਲੀ ਹੌਲੀ ਇਹ ਇੱਕ ਮਾਰਕੀਟ ਕ੍ਰੀਏਟ ਕਰਤੀ, ਇੱਕ ਨੈਰੇਟਿਵ ਕ੍ਰੀਏਟ ਕਰਤਾ, ਕਿਉਂਕਿ ਉਸ ਨੈਰੇਟਿਵ ਦੇ ਅਧੀਨ ਇਹਨਾਂ ਨੇ ਹਿੰਦੀ ਫਿਲਮ ਇੰਡਸਟਰੀ ਦੇ ਜਿਹੜੇ ਕੁਝ ਐਕਟਰ ਪੰਜਾਬ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਵੀ ਬੁਲਾਉਣਾ, ਉਹਨਾਂ ਨੂੰ ਸਨਮਾਨਿਤ ਕਰਨਾ। ਉੱਥੇ ਕਹਿ ਕੇ ਵੀ ਫਲਾਨਾ ਪੰਜਾਬ ਦੀ ਸ਼ਾਨ, ਆ ਫਲਾਨਾ ਅਵਾਰਡ ਯਸ਼ ਚੋਪੜਾ ਨੂੰ ਚਲਾ ਗਿਆ, ਫਲਾਨਾ ਅਵਾਰਡ ਜੀ ਆ ਜਤਿੰਦਰ ਨੂੰ ਚਲਾ ਗਿਆ, ਫਲਾਨਾ ਧਰਮਿੰਦਰ ਨੂੰ ਚਲਾ ਗਿਆ, ਫਲਾਨਾ ਫਲਾਨੇ ਨੂੰ ਚਲਾ ਗਿਆ। ਸੋ ਉਹ ਨਵੇਂ ਜਿਹੜੇ ਇਹਨਾਂ ਨੇ ਉਹਨਾਂ ਨੂੰ ਕਹਿ ਲਓ ਤਗਮੇ ਦਿੱਤੇ ਤੇ ਮੈਡਲ ਦਿੱਤੇ ਤੇ ਉਹ ਸਾਰੇ ਜਿਹੜੇ ਹਿੰਦੀ ਫਿਲਮ ਵਿੱਚ ਵਸਦੇ ਵਿੱਚ ਦੀ ਇੰਟਰਨੈਟ ਦੀ ਪ੍ਰੋਬਲਮ ਹੋ ਗਈ ਸੀ। ਸੋ ਆਪਾਂ ਗੱਲ ਇਹ ਕਰ ਰਹੇ ਸੀ, ਜਦੋਂ ਪੰਜਾਬ 'ਚ ਖਾੜਕੂ ਲਹਿਰ ਇਹਨਾਂ ਨੇ ਜ਼ੁਲਮ ਤੇ ਜ਼ਬਰ ਨਾਲ ਖ਼ਤਮ ਕੀਤੀ, ਉਸ ਵੇਲੇ ਇੱਕ ਨੈਰੇਟਿਵ ਤਾਂ ਇਹ ਰਚਿਆ ਗਿਆ ਵੀ ਇਹ ਅੱਤਵਾਦ ਆ, ਉਹਨੂੰ ਅੱਤਵਾਦ ਕਿਹਾ ਗਿਆ। ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਸੀ ਜਾਂ ਇੱਥੋਂ ਦੇ ਲੋਕ ਕੋਈ ਨਵਾਂ ਰੈਵੋਲੂਸ਼ਨ ਦੀ ਗੱਲ ਕਰ ਰਹੇ ਸੀ, ਉਹਨੂੰ ਅੱਤਵਾਦ ਕਿਹਾ ਗਿਆ। ਸੋ ਇੱਕ ਨੈਰੇਟਿਵ ਤਾਂ ਸਰਕਾਰ ਨੇ ਇਹ ਰਚਿਆ। ਇੱਕ ਹੋਰ ਨੈਰੇਟਿਵ ਕ੍ਰੀਏਟ ਕੀਤਾ ਗਿਆ ਜਿਹਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਮੈਂ ਕਿਉਂ ਗੱਲ ਕਰ ਰਿਹਾ ਇਹਦੇ ਤੇ ਆਉਣੇ ਆ ਆਪਾਂ। ਸੋ ਇਸ ਕਰਕੇ ਗੱਲ ਕਰ ਰਿਹਾ, ਉਸ ਵੇਲੇ ਡੀਜੀਪੀ ਪੰਜਾਬ KPS ਗਿੱਲ ਨੇ ਤੇ ਸਰਕਾਰ ਨੇ ਇਹ ਗੱਲ ਤੈਅ ਕੀਤੀ ਵੀ ਪੰਜਾਬ 'ਚ ਕਲਚਰਲ ਪ੍ਰੋਗਰਾਮ ਕਰਾਏ ਜਾਣ, ਸੱਭਿਆਚਾਰ ਦੇ ਨਾਂ 'ਤੇ ਕਲਚਰਲ ਪ੍ਰੋਗਰਾਮ ਕਰਾਏ ਜਾਣ, ਜਿੱਥੇ ਰਾਤ ਨੂੰ ਆਪਰੇਸ਼ਨ ਨਾਈਟ ਡੋਮੀਨੈਂਸ ਉਹਨੂੰ ਨਾਂ ਦਿੱਤਾ ਗਿਆ। ਰਾਤ ਨੂੰ, ਕਿਉਂਕਿ ਉਸ ਵੇਲੇ ਤੱਕ ਇਹ ਹੁੰਦਾ ਸੀ ਵੀ ਦਿਨੇ ਪੁਲਿਸ ਦਾ ਰਾਜ ਹੁੰਦਾ ਸੀ ਤੇ ਰਾਤ ਨੂੰ ਖਾੜਕੂਆਂ ਦਾ ਰਾਜ ਹੁੰਦਾ ਸੀ, ਤੇ ਆਪਰੇਸ਼ਨ ਨਾਈਟ ਡੋਮੀਨੈਂਸ ਦੇ ਅਧੀਨ ਰਾਤ ਨੂੰ ਉਹ ਕਲਚਰਲ ਪ੍ਰੋਗਰਾਮ ਕਰਾਏ ਜਾਣ, ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਕਸਬਿਆਂ 'ਚ ਕਰਾਏ ਜਾਣ। ਉੱਥੇ ਉਸ ਟਾਈਮ ਦੇ ਗਾਉਣ ਵਾਲੇ ਜਿਹੜੇ ਬੰਦੇ ਸੀ, ਗੁਰਦਾਸ ਮਾਨ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਜਾਂ ਇਹਨਾਂ ਸਾਰਿਆਂ ਨੂੰ ਬੁਲਾ ਕੇ ਤੇ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਸੀ। ਉੱਥੇ ਪ੍ਰੈਸ ਨੂੰ ਵੀ ਬੁਲਾਇਆ ਜਾਂਦਾ ਸੀ, ਦਾਰੂ ਚੱਲਦੀ ਸੀ ਤੇ ਸਾਡੇ ਜਿਹੜੇ ਪੰਜਾਬ ਦਾ ਅਲੀਟ ਆ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਉਸ ਅਲੀਟ ਨੇ ਵੀ ਇਹਨੂੰ ਬਹੁਤ ਇਸ 'ਚ ਸਹਾਇਕ ਹੋਇਆ। ਅਲੀਟ ਨੇ ਸ਼ਮੂਲੀਅਤ ਦਿੱਤੀ ਆਪਦੀ ਜਾ ਕੇ। ਅਲੀਟ ਉਹਨਾਂ ਦੇ ਘਰ ਦੇ ਜਿਹੜੀਆਂ ਲੇਡੀਜ਼ ਸੀ ਉਹ ਵੀ ਪਹੁੰਚ ਜਾਂਦੀਆਂ ਸੀ ਤਿਆਰ ਵਿਆਰ ਹੋ ਕੇ। ਸੋ ਜਿਹੜਾ ਪੰਜਾਬ ਨੂੰ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਨੱਚਣ ਟੱਪਣ ਵਾਲੇ ਪਾਸੇ ਲਾਉਣਾ, ਉਹ ਉਸ ਆਪਰੇਸ਼ਨ ਨਾਈਟ ਡੋਮੀਨੈਂਸ ਦਾ ਪਾਰਟ ਸੀ। ਇੱਕ ਗਿਣੀ ਮਿਥੀ ਸਾਜ਼ਿਸ਼ ਸੀ ਵੀ ਪੰਜਾਬ 'ਚ ਹੁਣ ਨੱਚਣਾ ਟੱਪਣਾ, ਸ਼ਰਾਬਾਂ ਦਾ ਦੌਰ ਤੇ ਆ ਜਿਹੜਾ ਗਾਇਕਾਂ ਦਾ ਦੌਰ ਸ਼ੁਰੂ ਕੀਤਾ ਜਾਵੇ, ਕਿਉਂਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਕੇ ਇਹ ਸਮਝਣ ਵੀ ਪੰਜਾਬ ਦਾ ਮਾਹੌਲ ਠੀਕ ਹੋਣਾ ਸ਼ੁਰੂ ਹੋ ਗਿਆ। ਤੇ ਪ੍ਰੈਸ ਨੂੰ ਇਸ 'ਚ, ਜਰਨਲਿਸਟ ਨੂੰ ਇਹਨਾਂ 'ਚ ਨਾਲ ਸ਼ਾਮਲ ਕਰਕੇ ਉਹ ਸਾਰੀਆਂ ਕਹਾਣੀਆਂ ਫਿਰ ਛਪਵਾਈਆਂ ਜਾਂਦੀਆਂ ਸੀ। ਇਸੇ ਤਰ੍ਹਾਂ ਇਸੇ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਉੱਥੇ ਪ੍ਰੋਗਰਾਮ ਕਰਾਏ ਜਾਂਦੇ, ਵੱਡੇ ਪ੍ਰੋਗਰਾਮ, ਜਿੱਥੇ ਹਿੰਦੀ ਫਿਲਮ ਸਟਾਰਸ ਜਾਂ ਹਿੰਦੀ ਫਿਲਮ ਦੇ ਜਿਹੜੇ ਐਕਟਰ ਸੀ, ਉਸ ਟਾਈਮ ਡਾਇਰੈਕਟਰ ਸੀ, ਐਕਟਰ ਸੀ, ਉਹਨਾਂ ਨੂੰ ਬੁਲਾਇਆ ਜਾਂਦਾ ਸੀ। ਯਸ਼ ਚੋਪੜਾ, ਜਤਿੰਦਰ, ਧਰਮਿੰਦਰ, ਕਿਸੇ ਨੂੰ ਪੰਜਾਬ ਦੀ ਆਣ, ਪੰਜਾਬ ਦੀ ਬਾਣ ਸ਼ਾਨ, ਕਿਸੇ ਨੂੰ ਪੰਜਾਬ ਦਾ ਪੁੱਤ, ਕਿਸੇ ਨੂੰ ਪੰਜਾਬ ਦਾ ਸਰਵਉੱਚ ਕੋਈ ਅਵਾਰਡ ਦਿੱਤਾ ਜਾਂਦਾ ਸੀ। ਅੱਛਾ, ਉਹਨਾਂ ਨੇ ਪੰਜਾਬ ਲਈ ਕਦੇ ਕਿਸੇ ਨੇ ਕੁਝ ਨਹੀਂ ਕੀਤਾ ਸੀ, ਪਰ ਪੰਜਾਬ ਦੇ ਨਾਂ 'ਤੇ ਵੀ ਆਹ ਸਾਡਾ ਪੰਜਾਬ ਦਾ ਨਾਂ ਬੰਬੇ ਬੈਠ ਕੇ ਚਮਕਾ ਰਿਹਾ ਜਾਂ ਫਿਲਮ ਇੰਡਸਟਰੀ 'ਚ ਚਮਕਾ ਰਿਹਾ, ਇਸ ਗੱਲ 'ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਪਰ ਇਹ ਕੋਈ ਗੱਲ ਹੋਰ ਨਹੀਂ ਸੀ। ਇਹ ਭੁਲੇਖਾ ਸਾਰਾ ਇਸ ਕਰਕੇ, ਜਾਂ ਨੈਰੇਟਿਵ ਸਾਰਾ ਇਸ ਕਰਕੇ ਰਚਿਆ ਗਿਆ ਵੀ ਪੰਜਾਬ ਨੂੰ
ਸਰਕਾਰ ਉਸ ਟਾਈਮ ਇਸ ਤਰ੍ਹਾਂ ਪ੍ਰੈਜ਼ੈਂਟ ਕਰਨੀ ਚਾਹੁੰਦੀ ਸੀ ਵੀ ਇੱਥੇ ਅੱਤਵਾਦ ਸੀ। ਹੁਣ ਦੇਖੋ ਮਾਹੌਲ ਕਿਵੇਂ ਅਸੀਂ ਠੀਕ ਕਰ ਲਿਆ ਤੇ ਅਸੀਂ ਬਹੁਤ ਸਕਸੈਸਫੁਲ ਹਾਂ। ਇਹਦੇ ਪਿੱਛੇ ਸਰਕਾਰ ਦਾ ਜ਼ੁਲਮ ਜ਼ਬਰ ਸਭ ਕੁਝ ਦੱਬਿਆ ਗਿਆ। ਪਰ ਇੱਕ ਚੀਜ਼ ਇਹਦੇ ਨਾਲ ਹੋਰ ਹੋਈ, ਉਹ ਚੀਜ਼ ਇਹ ਹੋਈ ਵੀ ਪੰਜਾਬ 'ਚ ਇੱਕ ਇਹ ਬਿਜ਼ਨਸ ਬਣ ਗਿਆ, ਇੱਕ ਮਾਰਕੀਟ ਬਣ ਗਈ। ਗਾਇਕ ਨਵੇਂ ਪੈਦਾ ਹੋਣੇ ਸ਼ੁਰੂ ਹੋ ਗਏ, ਨਵੇਂ ਗੀਤਕਾਰ ਨਵੇਂ ਗਾਇਕ ਪੈਦਾ ਹੋਣੇ ਸ਼ੁਰੂ ਹੋ ਗਏ। ਨੈਤਿਕਤਾ ਦੇ ਲੈਵਲ ਤੇ ਘਟੀਆ ਗੀਤ ਵੀ ਲਿਖੇ ਜਾਣ ਲੱਗ ਗਏ ਤੇ ਨੈਤਿਕਤਾ ਦੇ ਲੈਵਲ ਤੇ ਘਟੀਆ ਗਾਇਕ ਵੀ ਆਉਣ ਲੱਗ ਗਏ। ਸੋ ਇਹ ਵਰਤਾਰਾ ਸਾਰਾ ਚੱਲਦਾ ਇੱਥੋਂ ਤੱਕ ਪਹੁੰਚ ਗਿਆ ਵੀ ਹੁਣ ਜੇ ਅੱਜ ਕੋਈ ਸਿੱਧੂ ਮੂਸੇਵਾਲਾ ਪੈਦਾ ਹੁੰਦਾ ਤਾਂ ਉਹ ਤੁਹਾਡੇ ਕਰਕੇ ਪੈਦਾ ਹੁੰਦਾ। ਮੁੜ ਕੇ ਤੁਸੀਂ ਕਹਿੰਦੇ ਹੋ ਉਹਦੇ ਅਗੇਂਸਟ ਹੋ ਜਾਂਦੇ ਹੋ। ਹੁਣ ਭੁਗਤੋ, ਹੁਣ ਕਰੋ ਜੋ ਤੁਹਾਡੇ ਤੁਸੀਂ ਆਪਦੇ ਬੀਜੇ ਆ ਉਹ ਤੁਹਾਡੇ ਸਾਹਮਣੇ ਆਉਣਗੇ, ਭੁਗਤੋ ਹੁਣ। ਸੋ ਇਹ ਸਰਕਾਰਾਂ ਨੂੰ ਦੋਸ਼ ਦੇਣਾ ਬਣਦਾ, ਕਿਸੇ ਸਿੱਧੂ ਮੂਸੇਵਾਲੇ ਨੂੰ ਦੋਸ਼ ਦੇਣਾ ਨਹੀਂ ਬਣਦਾ, ਕਿਸੇ ਹੋਰ ਬੰਦੇ ਨੂੰ ਦੋਸ਼ ਦੇਣਾ ਨਹੀਂ ਬਣਦਾ। ਕਿਉਂਕਿ ਮੈਂ ਗੱਲ ਇਸ ਕਰਕੇ ਕਰ ਰਿਹਾ, ਤੀਜੇ ਕੁ ਦਿਨ ਤੁਸੀਂ ਬਹਿਸ ਕਰਨ ਲੱਗ ਜਾਂਦੇ ਹੋ ਵੀ ਫਲਾਨੇ ਗਾਇਕ ਨੇ ਆਹ ਗਾਣਾ ਗਾਤਾ ਹਥਿਆਰਾਂ ਤੇ, ਫਲਾਨੇ ਨੇ ਨਸ਼ਿਆਂ ਤੇ ਗੱਲ ਕਰਤੀ, ਫਲਾਨੇ ਨੇ। ਇਹ ਤਾਂ ਸਾਰਾ ਕੁਝ ਕੀਤਾ ਤਾਂ ਸਰਕਾਰਾਂ ਨੇ ਆ। ਇਹਦਾ ਮੁੱਢ ਇਹਨਾਂ ਨੇ ਬੰਨਿਆ, ਇਹਨਾਂ ਨੇ ਸਾਰੇ ਬੀ ਇਹ ਜਿਹੜੇ ਬੀਜੇ ਆ ਤੇ ਹੁਣ ਮਾਪੇ ਮੁੜ ਕੇ ਵੱਢੋ। ਹੁਣ ਬਥੇਰੇ ਬੁੱਧੀਜੀਵੀ ਬੋਲਦੇ ਆ, ਬਥੇਰੀਆਂ ਸਰਕਾਰਾਂ। ਅੱਛਾ, ਇਹਨਾਂ ਦੀ ਹੁਣ ਮੁਸੀਬਤ ਜਾਂ ਇਹਨਾਂ ਖਾਤਰ ਹੁਣ ਇੱਕ ਮਜਬੂਰੀ ਬਣੀ ਪਈ ਆ ਵੀ ਉਹਨੂੰ ਅਕੋਮੋਡੇਟ ਕਰੀਏ ਕਿ ਉਹਨਾਂ ਦੇ ਐਕਸ਼ਨ ਲਈਏ। ਸੋ ਨਿਕਲੋ ਇਹਨਾਂ ਸਭ ਚੀਜ਼ਾਂ ਚੋਂ। ਆਹ ਸਾਰੇ ਲੀਡਰਾਂ ਨੂੰ ਮੇਰੇ ਖਿਆਲ 'ਚ ਸਤਿ ਸ੍ਰੀ ਅਕਾਲ ਬੁਲਾਓ, ਕੱਢੋ ਇਹਨਾਂ ਨੂੰ ਪੰਜਾਬ 'ਚੋਂ, ਭੇਜੋ ਇਹਨਾਂ ਨੂੰ ਬਾਹਰ ਦਿੱਲੀ। ਨਹੀਂ, ਸਾਡੇ ਪੰਜਾਬ 'ਚ ਸਾਡੇ ਪੰਜਾਬ ਦੀ ਗੱਲ ਕਰਨ ਵਾਲਾ, ਸਾਡੀ ਧਰਤੀ ਦੀ ਗੱਲ ਕਰਨ ਵਾਲਾ ਸਾਡਾ ਆਗੂ ਹੋਣਾ ਚਾਹੀਦਾ। ਅਦਰਵਾਈਜ਼ ਕੋਈ ਵੀ ਆ, ਚਾਹੇ ਉਹ ਨਵਜੋਤ ਸਿੱਧੂ ਆ, ਚਾਹੇ ਉਹ ਕੈਪਟਨ ਸਾਹਿਬ ਆ, ਚਾਹੇ ਉਹ ਸੁਖਬੀਰ ਬਾਦਲ ਆ, ਚਾਹੇ ਉਹ ਕੋਈ ਵੀ ਆ, ਜੇ ਪੰਜਾਬ ਦੀ ਗੱਲ ਨਹੀਂ ਕਰਦੇ ਸਾਨੂੰ ਮਨਜ਼ੂਰ ਹੀ ਨਹੀਂ ਆ ਕੋਈ ਲੀਡਰ। ਕਿਉਂਕਿ ਇਸ ਕਰਕੇ ਨਹੀਂ ਮਨਜ਼ੂਰ ਵੀ ਤੁਸੀਂ ਸਾਡੇ ਇਮੋਸ਼ਨਸ ਨੂੰ ਕਿਤੇ ਨਾ ਕਿਤੇ ਫੜ ਲਿਆ। ਹੁਣ ਸਾਨੂੰ ਸਾਡੇ ਜਜ਼ਬਾਤਾਂ 'ਚੋਂ ਨਿਕਲਣਾ ਪਊਗਾ, ਸਾਨੂੰ ਕ੍ਰਿਟੀਕਲੀ ਇਸ ਚੀਜ਼ ਨੂੰ ਸਮਝਣਾ ਪਊਗਾ ਵੀ ਇਹਨਾਂ ਬੰਦਿਆਂ ਦੀ ਸਾਡੀ ਧਰਤੀ ਲਈ, ਸਾਡੇ ਪੰਜਾਬ ਲਈ ਦੇਣ ਕੀ ਆ। ਉਹ ਇਸ ਕਰਕੇ ਕਿਉਂਕਿ ਇਹ ਸਾਡੇ ਆਗੂ ਬਣੇ ਫਿਰਦੇ ਆ। ਸੋ ਪਲੀਜ਼ ਅੱਜ ਸਾਡੇ ਲਈ ਜਾਗਣ ਦੀ ਜ਼ਰੂਰਤ ਆ, ਸਾਨੂੰ ਕੌਮ ਨੂੰ ਜਗਾਉਣ ਦੀ ਜ਼ਰੂਰਤ ਆ। ਇਹ ਬਹੁਤ ਜ਼ਰੂਰੀ ਆ। ਇਸ ਕਰਕੇ ਇੱਕ ਜਾਗਰੂਕ ਇਨਸਾਨ ਦੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਜਿਉਣਾ ਚਾਹੀਦਾ। ਅਦਰਵਾਈਜ਼ ਇਨਸਾਨ ਤੇ ਜਾਨਵਰ 'ਚ ਕੋਈ ਫਰਕ ਨਹੀਂ ਰਹਿ ਜਾਂਦਾ ਵੀ ਅਸੀਂ ਸਿਰਫ ਆਪਦੀ ਨਿੱਜੀ ਜ਼ਿੰਦਗੀ ਤੱਕ ਹੀ ਰਹਿ ਗਏ ਜਾਂ ਨਿੱਜੀ ਲੋੜਾਂ ਤੱਕ ਹੀ ਸੀਮਿਤ ਹੋ ਗਏ। ਸੋ ਮੇਰੀ ਇਹੀ ਅਰਦਾਸ ਆ ਸਾਰਿਆਂ ਨੂੰ ਵੀ ਅਸੀਂ ਜਾਗਰੂਕ ਇਨਸਾਨ ਦੀ ਤਰ੍ਹਾਂ ਜਿਉਈਏ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਸਮਝੀਏ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।